ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਮੈਂ ਤੁਹਾਡੀ ਦੋਸਤ ਜੈਸਮਨ। ਪ੍ਰੋਗਰਾਮ ਨੋਟਬੁੱਕ ਤੇ ਵੇਲਾ ਹੋ ਗਿਆ ਹੈ ਅੱਜ ਦੇ ਵਕਫੇ ਦਾ। ਅੱਜ ਦਾ ਵਕਫਾ, ਅੱਜ ਦੀ ਕਹਾਣੀ 10 ਵਰਿਆਂ ਮਗਰੋਂ। ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ 10 ਵਰਿਆਂ ਮਗਰੋਂ। ਤੂੰ ਨਹੀਂ ਜਾਣਦਾ ਇਹਨਾਂ 10 ਵਰਿਆਂ ਵਿੱਚ ਕਿੰਨੀਆਂ ਹਵਾਵਾਂ ਵਗੀਆਂ, ਕਿੰਨੇ ਝੱਖੜ ਚੁੱਲੇ, ਤੇ ਤੇਰਾ ਮੂੰਹ ਵਿਸਰਦਾ ਵਿਸਰਦਾ ਵਿਸਰ ਗਿਆ। ਬਸ ਇੱਕ ਧੁੰਦਲੀ ਜਿਹੀ ਯਾਦ ਰਹਿ ਗਈ ਸੀ, ਇੱਕ ਚੀਜ਼, ਇੱਕ ਦਰਦ ਦੀ ਸ਼ਕਲ ਦੇ ਵਿੱਚ। ਕਈ ਵਾਰੀ ਤੂੰ ਮੈਨੂੰ ਮੱਲੋ ਮੱਲੀ ਯਾਦ ਆ ਜਾਣਾ ਹੈ। ਉਦੋਂ ਮੈਨੂੰ ਆਪਣੇ ਆਪ ਤੇ ਵੀ ਗਿਲਾ ਹੋ ਜਾਂਦਾ ਹੈ ਕਿ ਕਿਉਂ, ਆਖਿਰ ਕਿਉਂ? ਰੁਪਿਆ ਜਿਹੜਾ ਨਿਰੀ ਹੱਥਾਂ ਦੀ ਮੈਲ ਹੁੰਦਾ ਏ, ਇਹਦੇ ਪਿੱਛੇ ਜਿਹਨੇ ਤੈਨੂੰ ਤਿਰਸਕਾਰਿਆ ਸੀ ਉਹਨੂੰ ਤੂੰ ਯਾਦ ਕਰੀਂ। ਮੇਰਾ ਮਨ ਰੋਸ ਨਾਲ ਆਖਦਾ ਏ। ਉਸ ਵੇਲੇ ਦਿਲ ਇੱਕ ਕਸੀਸ ਵੱਟ ਕੇ ਰਹਿ ਜਾਂਦਾ ਏ। ਕਈ ਵਾਰੀ ਖਿਆਲ ਆਉਂਦਾ ਏ ਕਿ ਕੀ ਸੱਚਮੁੱਚ ਹੀ ਤੂੰ ਮੇਰੇ ਬਾਪ ਤੋਂ 50,000 ਦਹੇਜ ਵਿੱਚ ਮੰਗਿਆ ਸੀ? ਜੇ ਮੰਗਿਆ ਸੀ ਤਾਂ ਤੂੰ ਵਧੀਆ ਬੰਦਾ ਨਹੀਂ ਹੋ ਸਕਦਾ। ਜੇ ਤੂੰ ਵਧੀਆ ਬੰਦਾ ਹੀ ਨਹੀਂ, ਫਿਰ ਨਿਰੀ ਚਿੱਟੀ ਚਮੜੀ ਪਿੱਛੇ ਭਟਕਣਾ ਕੀ ਹੀ। ਬਥੇਰੀ ਵਾਰੀ ਦਿਲ ਨੂੰ ਇਉਂ ਸਮਝਾ ਲੈਂਦੀ ਆ, ਪਰ ਸ਼ਾਇਦ ਠੀਕ ਹੀ ਆਂਦੇ ਨੇ ਕਿ ਔਰਤ ਜ਼ਿੰਦਗੀ ਵਿੱਚ ਇੱਕੋ ਵੇਰ ਤੇ ਇੱਕੋ ਹੀ ਬੰਦੇ ਨੂੰ ਪਿਆਰ ਕਰ ਸਕਦੀ ਏ। ਪਰ ਨਹੀਂ, ਤੈਨੂੰ ਤੇ ਮੈਂ ਨਫ਼ਰਤ ਕਰਦੀ ਆਂ, ਤੈਨੂੰ ਜਿਨੇ ਮੇਰੀ ਜ਼ਿੰਦਗੀ ਹੌਕਿਆਂ ਨਾਲ ਭਰ ਦਿੱਤੀ। ਪਿਤਾ ਜੀ 50,000 ਕਿੱਥੋਂ ਪੈਦਾ ਕਰਦੇ? ਇਮਾਨਦਾਰ ਬੰਦੇ ਤਾਂ ਅੱਜ ਕੱਲ੍ਹ ਰੋਟੀ ਦਾ ਸੰਸਾ ਹੀ ਬਣਿਆ ਰਹਿੰਦਾ ਏ। ਉਹ ਖੋਈ ਖੋਈ ਆਪਣੀ ਧੀ ਨੂੰ ਅੰਮ੍ਰਿਤਾ ਦੀਆਂ ਇਹ ਲਾਈਨਾਂ ਗੁਣਗੁਣਾਉਂਦੇ ਸੁਣਦੇ। ਸਾਰੇ ਰੰਗ ਜ਼ਮੀਨ ਤੇ ਡੁੱਲੇ, ਦੋਵੇਂ ਤਲੀਆਂ ਖਾਲੀ, ਪੱਥਰ ਬਣ ਕੇ ਅੱਜ ਖੜੋਤੀ ਤੇਰੀ ਸ਼ਗਨਾਂ ਵਾਲੀ। ਤੇ ਕਿੰਨਾ ਕਿੰਨਾ ਚਿਰ ਤੱਕਦੇ ਰਹਿੰਦੇ। ਭਾਵੇਂ ਕਦੇ ਉਹ ਕੁਝ ਵੀ ਨਹੀਂ ਉਭਾ ਸਕਦੇ ਸਨ, ਪਰ ਉਹਨਾਂ ਦੀਆਂ ਅੱਖਾਂ ਵਿੱਚ ਉਦਰੇਵਿਆਂ ਭਰਿਆ ਹੁੰਦਾ। ਬੇਟੀ, ਤੂੰ ਦੱਸ, ਤੈਨੂੰ ਕੀ ਘਾਟ ਏ? ਇੱਕ ਦਿਨ ਉਹਨਾਂ ਪੁੱਛਿਆ। ਮੈਨੂੰ ਕੀ ਘਾਟ ਹੋ ਸਕਦੀ ਏ? ਕੁਝ ਵੀ ਨਹੀਂ। ਜਿਹਨੂੰ ਚੰਗੀ ਰੋਟੀ ਕੱਪੜਾ ਮਿਲਦਾ ਰਹੇ, ਉਹਨੂੰ ਹੋਰ ਭਲਾ ਕੀ ਚਾਹੀਦਾ ਏ? ਧੀ ਦੀ ਉਦਾਸ ਮੁਸਕਰਾਹਟ ਵਿੱਚੋਂ ਇਹ ਜਵਾਬ ਸੁਣ ਕੇ ਪਿਤਾ ਜੀ ਮੱਥਾ ਫੜ ਕੇ ਬੈਠ ਗਏ। ਮੈਂ ਪਿਤਾ ਜੀ ਨੌਕਰੀ ਲਈ ਅਰਜ਼ੀ ਭੇਜ ਦਿੱਤੀ ਏ, ਇੱਕ ਦਿਨ ਧੀ ਨੇ ਦੱਸਿਆ। ਬੇਟੀ, ਮੇਰੇ ਹੁੰਦਿਆਂ ਇਉਂ ਸੋਚਦੀ ਏ? ਹੁਣ ਤਾਂ ਰੱਬ ਨੇ ਆਪਾਂ ਨੂੰ ਬਥੇਰਾ ਕੁਝ ਦੇ ਰੱਖਿਆ ਏ, ਉਂਝ ਵੀ ਇਕੱਲੀ ਤੂੰ ਬਾਹਰ ਕਿਵੇਂ ਰਹੇਂਗੀ? ਉਹਨਾਂ ਚਿੰਤਾਤੁਰ ਮੂੰਹ ਨਾਲ ਆਖਿਆ। ਇਕੱਲਿਆਂ ਜਿਹਨੇ ਸਾਰੀ ਜ਼ਿੰਦਗੀ ਲੰਘਾਣੀ ਹੋਵੇ, ਉਹਨੇ ਇਕੱਲਾ ਤੋਂ ਕਾਹਦੀ ਘਬਰਾਹਟ ਪਿਤਾ ਜੀ? ਬੇਟੀ, ਤੂੰ ਹਾਂ ਕਰ, ਮੈਂ ਆਥਣ ਤੋਂ ਪਹਿਲਾਂ 10 ਮੁੰਡੇ ਲੱਭ ਦਿਆਂ। ਅੱਜ ਆਪਾਂ ਨੂੰ ਕੋਈ ਘਾਟਾ ਏ? ਨਹੀਂ ਪਿਤਾ ਜੀ, ਨਹੀਂ। ਧੀ ਨੇ ਤਿਲ ਮਿਲਾ ਕੇ ਜਵਾਬ ਦਿੱਤਾ। ਨੌਕਰੀ ਮੈਂ ਕਰ ਲਈ, ਇੱਕ ਰੁਝੇਵਾਂ ਲੱਭ ਪਿਆ, ਤੇ ਇਉਂ ਕਹਾਣੀ ਤੁਰਦੀ ਗਈ। ਲੋਕਾਂ ਦੱਸਿਆ ਤੂੰ ਮੈਨੂੰ ਬਹੁਤ ਯਾਦ ਕਰਦਾ ਏ। ਬਹੁਤੀ ਸ਼ਰਾਬ ਪੀਣ ਮਗਰੋਂ ਆਪ ਮੁਹਾਰੇ ਤੂੰ ਮੇਰੀਆਂ ਗੱਲਾਂ ਕਰਨ ਲੱਗ ਜਾਣਾ ਏ। ਪਰ ਮੈਨੂੰ ਲੱਗਿਆ ਖਬਰੇ ਮੇਰੇ ਜ਼ਬਤ ਦੀ ਕੋਈ ਕੰਨੀ ਖਿਸਕ ਗਈ ਹੋਵੇ, ਤੇ ਸਾਂਭ ਲੁਕੋ ਰੱਖੀਆਂ ਯਾਦਾਂ ਇਹਨਾਂ ਤੱਕ ਲਈਆਂ ਹੋਣ। ਤਦ ਹੀ ਮਖੌਲ ਕਰਦੇ ਨੇ। ਤੂੰ ਜਿਹਨੂੰ ਮੇਰੀ ਨਹੀਂ ਸਗੋਂ 50,000 ਦੀ ਲੋੜ ਸੀ, ਭਲਾ ਕਦੋਂ ਮੈਨੂੰ ਯਾਦ ਕਰੇਂਗਾ? ਬਚਪਨ ਵਿੱਚ ਮੈਂ ਤੈਨੂੰ ਤੱਕਦਿਆਂ ਹੀ ਮੁਸਕਰਾ ਪਈ। ਕਿਸੇ ਇਸ਼ਾਰਾ ਕੀਤਾ, ਮੈਂ ਸ਼ਰਮਾ ਗਈ।
ਤੂੰ ਬਾਹਰ ਪੜਨ ਚਲਿਆ ਗਿਆ। ਮੈਂ ਸੁਪਨਿਆਂ ਵਿੱਚ ਤੇਰਾ ਮੂੰਹ ਚਿਤਰਦੀ ਰਹਿੰਦੀ। ਅਭੋਲ ਹੀ ਮੈਂ ਤੇਰੇ ਨਾਲ ਲੰਮੀਆਂ ਸਾਂਝਾਂ ਪਾ ਲਈਆਂ। ਤੂੰ ਪਰਤ ਆਇਆ, ਮੇਰੇ ਭਾਣੇ ਬਹਾਰ ਆ ਗਈ। ਤੂੰ ਮੁਸਕਰਾਇਆ, ਮੇਰੀ ਫਿਜ਼ਾ ਮੁਸਕਰਾ ਪਈ। ਕੋਈ ਦੀਵਾਰ ਸਾਡੇ ਵਿਚਕਾਰ ਨਹੀਂ ਸੀ। ਬਾਂਹ ਵਧਾ ਕੇ ਤੂੰ ਮੈਨੂੰ ਸਾਰੀ ਦੀ ਸਾਰੀ ਨੂੰ ਵਲ ਸਕਦਾ ਸੈਂ। ਮੇਰੀ ਕੁਆਰੀ ਕਲਪਨਾ ਨੇ ਉੱਚੀਆਂ ਉਡਾਰੀਆਂ ਮਾਰੀਆਂ। ਤੇਰੇ ਨਾਲ ਮੈਂ ਚੰਦਾਂ ਤਾਰਿਆਂ ਦੀ ਦੁਨੀਆ ਗਾ ਸੁੱਟੀ। ਅਨੇਕਾਂ ਸੁਨਹਿਰੀ ਸੁਪਨੇ ਮੇਰੀਆਂ ਅੱਖਾਂ ਵਿੱਚ ਆ ਖੜੋਤੇ। ਉਸ ਵੇਲੇ ਮੈਨੂੰ ਡਰ ਜਿਹਾ ਲੱਗਿਆ, ਜਿਵੇਂ ਇੰਨੀ ਖੁਸ਼ੀ ਮੇਰੀ ਕਿਸਮਤ ਵਿੱਚ ਨਹੀਂ ਹੁੰਦੀ। ਖੁਸ਼ੀ ਨਾਲ ਮੈਂ ਝੱਲੀ ਹੁੰਦੀ ਜਾਂਦੀ ਸਾਂ। ਤੇ ਫਿਰ ਮੈਂ ਸੁਣਿਆ ਤੇਰੇ ਘਰਦਿਆਂ 50,000 ਰੁਪਏ ਦੀ ਮੰਗ ਕੀਤੀ ਏ। ਮੈਨੂੰ ਇਤਬਾਰ ਨਾ ਆਇਆ। ਪਿਤਾ ਜੀ ਸਿਰ ਫੜ ਕੇ ਬੈਠ ਗਏ। ਦੁਨੀਆ ਵਿੱਚ ਹੋਰ ਮੁੰਡਿਆਂ ਦਾ ਕਿਤੇ ਕਾਲ ਤਾਂ ਨਹੀਂ ਪੈ ਗਿਆ? ਜਿਹੜਾ ਹੁਣੇ 50,000 ਮੰਗਦਾ ਏ, ਉਹਨੇ ਅਗਾਂਹ ਕੀ ਰੰਗ ਲਾਉਣਾ ਏ? ਛੱਡੋ ਖਹਿੜਾ, ਕਾਹਨੂੰ ਝੂਰਦੇ ਹੋ? ਆਪੇ ਮਿਲ ਜਾਓ ਆਪਣੀ ਧੀ ਦੇ ਕਰਮਾਂ ਵਿੱਚ ਜੋ ਹੋਇਆ। ਮਾਂ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਸਾਡੇ ਰਸਤੇ ਨਿਖੜ ਗਏ। ਸਾਂਝਾਂ ਟੁੱਟ ਗਈਆਂ। ਤੇਰਾ ਮੂੰਹ ਪਰਾਇਆ ਹੋ ਗਿਆ। ਵਰਿਆਂ ਤੇ ਵਰੇ ਲੰਘ ਗਏ। ਫਿਰ ਅੱਜ ਜਦੋਂ 200 ਮੀਲ ਦਾ ਸਫ਼ਰ ਕਰਕੇ ਥੱਕੀ ਟੁੱਟੀ ਮੈਂ ਇੱਕ ਗੱਡੀ ਵਿੱਚੋਂ ਉਤਰ ਕੇ ਦੂਜੀ ਵਿੱਚ ਚੜ੍ਹੀ ਤਾਂ ਉਸੇ ਡੱਬੇ ਵਿੱਚ ਤੈਨੂੰ ਬੈਠਿਆਂ ਦੇਖਿਆ। 10 ਵਰਿਆਂ ਮਗਰੋਂ ਤੂੰ ਮੈਨੂੰ ਟੱਕਰਿਆ ਸੈਂ। ਇੱਕੋ ਵਾਰੀ ਮੇਰੇ ਮਨ ਦੀਆਂ ਸਭੇ ਤਰਬਾਂ ਥਰਾ ਉੱਠੀਆਂ। ਮੈਂ ਜਾਣ ਕੇ ਮੂੰਹ ਤੇਰੀ ਪਿੱਠ ਵੱਲ ਕਰਕੇ ਦੂਸਰੇ ਫੱਟੇ ਤੇ ਬੈਠ ਗਈ। ਤੂੰ ਭੌਂ ਕੇ ਮੇਰੇ ਵੱਲ ਤੱਕਿਆ। ਤੇਰੀਆਂ ਅੱਖਾਂ ਵਿੱਚ ਅੰਤਾਂ ਦੀ ਪੀੜ ਸੀ। ਖਬਰੇ ਉਹ ਮੇਰੀਆਂ ਨਜ਼ਰਾਂ ਦਾ ਹੀ ਧੋਖਾ ਸੀ। ਫਿਰ ਵੀ ਮੈਥੋਂ ਉਹ ਝੱਲੀ ਨਾ ਗਈ। ਕਿਉਂ? ਆਖਿਰ ਕਿਉਂ? ਮੇਰਾ ਮਨ ਭਰ ਆਇਆ। ਕਾਸ਼ ਮੈਂ ਤੇਰੇ ਲਈ ਕੁਝ ਕਰ ਸਕਦੀ। ਦਿਲ ਵਿੱਚੋਂ ਹਸਰਤ ਉੱਠੀ ਤੇ ਬੰਦ ਬੁੱਲਾਂ ਨਾਲ ਟਕਰਾ ਕੇ ਪਰਤ ਗਈ। ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਔਰਤ ਜਿਹਨੂੰ ਪਿਆਰ ਕਰਦੀ ਹੋਵੇ ਕਿਵੇਂ ਪਲਾਂ ਵਿੱਚ ਉਸਦੇ ਸਾਰੇ ਗੁਨਾਹ ਮਾਫ ਕਰ ਛੱਡਦੀ ਏ। ਪਰ ਨਹੀਂ, ਮੈਂ ਤੇਰੀ ਕੌਣ ਆ? ਉਫ, ਤੇਰੀਆਂ ਲੰਮੀਆਂ ਸਾਂਝਾਂ ਵਾਲੀ ਤੇਰੇ ਕੋਲ ਹੀ ਅੱਜ ਬੇਗਾਨਿਆਂ ਵਾਂਗ ਬੈਠੀ ਸੀ। ਇੱਕ ਸਟੇਸ਼ਨ ਆਇਆ। ਤੂੰ ਪਾਣੀ ਪੀਤਾ। ਤੈਨੂੰ ਇਹ ਵੀ ਪਤਾ ਸੀ ਕਿ ਪਿਆਸ ਨਾਲ ਬੁੱਲ ਮੇਰੇ ਵੀ ਸੁੱਕ ਜਾਂਦੇ ਨੇ, ਪਰ ਤੂੰ ਪਾਣੀ ਮੈਨੂੰ ਨਾ ਪੁੱਛ ਸਕਿਆ। ਇੱਕ ਓਪਰੀ ਅਣਜਾਣ ਕੁੜੀ ਨੂੰ ਤੂੰ ਲੱਖ ਵਾਰੀ ਪੁੱਛ ਲੈਂਦਾ, ਪਰ ਮੈਂ ਤੇਰੀਆਂ ਲੰਮੀਆਂ ਸਾਂਝਾਂ ਵਾਲੀ ਰਵਾਇਤੀ ਹਮਦਰਦੀ ਦੀ ਵੀ ਹੱਕਦਾਰ ਨਹੀਂ ਸਾ ਰਹੀ। ਤੂੰ ਭਾਵੇਂ ਅੱਗੇ ਕਿਤਾਬ ਖੋਲੀ ਸੀ, ਪਰ ਧਿਆਨ ਤੇਰਾ ਵੀ ਉਖੜ ਜਾਂਦਾ। ਤੂੰ ਏਡੀ ਬੇਚੈਨੀ ਕਿਉਂ ਮਹਿਸੂਸ ਕਰ ਰਿਹਾ ਸੈਂ? ਮਰਦਾਂ ਲਈ ਤਾਂ ਇਹੋ ਜਿਹੀਆਂ ਗੱਲਾਂ ਬੜੀਆਂ ਮਾਮੂਲੀ ਹੁੰਦੀਆਂ ਨੇ। ਤੂੰ ਇੰਜ ਉਦਾਸ ਜਿਹਾ ਕਿਉਂ ਹੋ ਗਿਆ ਸੈਂ? ਖੈਰ, ਫਿਰ ਸਟੇਸ਼ਨ ਆਇਆ। ਤੂੰ ਵੀ ਮੇਰੇ ਸ਼ਹਿਰ ਹੀ ਉਤਰ ਪਿਆ। ਸੁਸਤ ਕਦਮ ਪੁੱਟਦਾ ਤੂੰ ਮੇਰੇ ਅੱਗੇ ਜਾ ਰਿਹਾ ਸੈਂ। ਭਾਰੀ ਅਟੈਚੀ ਕੇਸ ਨਾਲ ਬਾਂਹ ਦੁਖਣ ਲੱਗ ਪਈ ਤੇ ਮੈਂ ਇੱਕ ਥਾਂ ਰੱਖ ਕੇ ਸਾਹ ਲੈਣ ਲੱਗ ਪਈ। ਤੂੰ ਮੁੜ ਕੇ ਦੇਖਿਆ। ਲੱਖਾਂ ਸਵਾਲ ਤੇਰੀਆਂ ਅੱਖਾਂ ਵਿੱਚ ਉਲਝੇ ਹੋਏ ਸਨ। ਉਸ ਵੇਲੇ ਮੈਨੂੰ ਤੇਰੇ ਤੇ ਡਾਢਾ ਤਰਸ ਆਇਆ, ਪਰ ਫਿਰ ਰੋਜ਼ ਜਾਗ ਪਿਆ ਤੇ ਦਿਲ ਕੀਤਾ ਪੁੱਛਾਂ, ਹੁਣ ਤੇ 50,000 ਰੁਪਈਆ ਦੇਣ ਵਾਲੇ ਘਰ ਵਿਆਹ ਕੀਤਾ ਹੈ ਨਾ? ਤੂੰ ਬਹੁਤ ਖੁਸ਼ ਹੈ? ਤੇਜ਼ ਕਦਮ ਪੁੱਟਦੀ ਮੈਂ ਤੇਰੇ ਤੋਂ ਅੱਗੇ ਲੰਘ ਕੇ ਰਿਕਸ਼ਾ ਕੋਲ ਪਹੁੰਚ ਗਈ। ਨਾਲ ਹੀ ਰਿਕਸ਼ਾ ਵਿੱਚ ਤੂੰ ਆਪਣਾ ਅਟੈਚੀ ਕੇਸ ਰੱਖ ਦਿੱਤਾ। ਹੁਣ ਤੂੰ ਮੇਰੇ ਕੋਲੋਂ ਨਿਖੜਨ ਲੱਗਿਆ ਸੈਂ। ਕੀ ਪਤਾ ਮੁੜ ਕਦੇ ਟੱਕਰੀਏ ਵੀ ਕਿ ਨਾ।
दिल ने हसरत नाल आख्या। डाढा दिल किता कि सिर्फ इक्को वार नज़र भर के तेरे वल तक लवां। छल्लीए 50,000 बदले जिन्ने तैनूं ठुकरा दिता भुल जा ओनू, कढ सुट मन विचों। दिमाग ने आख्या ते लख चाहण ते भी मैं तेरे वल ना तक सकी। तू चलिया गया। मैं अपने आप वल, अपने कपड़ियां वल तकिया ते ख्याल आया, काश मैनू पता हुंदा कि अज तू टक्करना आई। मैं खबरे किहड़े कर्मां वाला बंदा अज मेरे मत्थे लग्या सी। किहा भागां वाला सी ये दिन। पर भुल्ली भटकन फिर जाग पई। अज फिर मैं बेचैन हाँ। अज फिर सभे यादां उमल आईयां ने ते कलेजे विच रुग भरिया जा रहा है कि तैनू मैं कदे भी याद नहीं आउंदी। पर नहीं, गरीब प्यो दी धी गरीब ही हाँ। मैनू तेरे बारे इंज सोचण दा भला की अधिकार है। अज 10 वरियां मगरों तू मैनू टक्करिया ते मेरे मन विच उथल पुथल हो गई। अज फिर 10 वरियां मगरों इस समाज ते इस वातावरण लई सुत्ती नफरत जाग उठी है। पर अज फिर अमृता दियां लाइनां याद आ रही ने कि सारे रंग जमी ते डुल्ले, दोवें तलियां खाली, पत्थर बन के अज खलोती तेरी शगना वाली, पत्थर बन के अज खलोती तेरी शगना वाली।